हेलो एवरीवन, दिस इज़ मेघा शर्मा फ्रॉम कैम्ब्रिज इंटरनेशनल अकेडमी। आज ਅਸੀਂ ਗੱਲ ਕਰਨ ਜਾ ਰਹੇ ਹਾਂ ਸਟੇਟਮੈਂਟ ਆਫ ਪਰਪਸ ਦੀ, ਜਿਹਨੂੰ ਅਸੀਂ SOP ਕਹਿੰਦੇ ਆ। ਕੈਨੇਡਾ ਦਾ ਵੀਜ਼ਾ ਹਾਸਿਲ ਕਰਨ ਲਈ ਜਾਂ UK ਦਾ ਵੀਜ਼ਾ ਹਾਸਿਲ ਕਰਨ ਲਈ, ਆਸਟ੍ਰੇਲੀਆ ਦਾ ਵੀਜ਼ਾ ਹਾਸਿਲ ਕਰਨ ਲਈ SOP ਬਹੁਤ ਹੀ ਕਾਰਗਰ ਮੰਨੀ ਜਾਂਦੀ ਹੈ ਤੇ ਦੈਟ ਇਜ਼ ਰੀਅਲੀ ਐਨ ਇੰਪੋਰਟੈਂਟ ਐਸਪੈਕਟ ਟੂ ਗੈਟ ਐਨੀ ਕੰਟਰੀਜ਼ ਵੀਜ਼ਾ ਦੀਜ਼ ਡੇਜ਼। ਜੇ ਮੈਂ ਗੱਲ ਕਰਾਂ ਕੈਨੇਡਾ ਦੀ, ਅੱਜ ਅਸੀਂ ਗੱਲ ਕਰਾਂਗੇ ਸਿਰਫ ਤੇ ਸਿਰਫ ਕੈਨੇਡਾ ਦੀ। ऑलरेडी हाई कमीशन ਦੇ ਵਿੱਚ ਕਾਫੀ ਫਾਈਲਸ ਬੱਚਿਆਂ ਦੀਆਂ ਅੜੀਆਂ ਹੋਈਆਂ, ਕਈਆਂ ਦੀ ਰਿਫਿਊਜ਼ਲਸ ਆ ਚੁੱਕੀਆਂ, ਕਈਆਂ ਦੇ ਰਿਜ਼ਲਟਸ ਡਿਲੇ ਨੇ। ਕਈ ਕੰਪਨੀਜ਼ ਨੇ ਜਿਹੜੇ ਮੇਰੇ ਨੌਲੇਜ ਦੇ ਵਿੱਚ ਨੇ, ਬਟ ਮੈਂ ਕਿਸੇ ਦਾ ਨਾਮ ਨਹੀਂ ਲਵਾਂਗੀ, ਕਿ ਜਿਹੜੇ SOPs ਤੋਂ ਬਗੈਰ ਜਿਹੜੀ ਬੱਚਿਆਂ ਦੀ ਫਾਈਲਸ ਐਮਬੈਸੀ ਦੇ ਵਿੱਚ ਲੌਂਚ ਕਰ ਦਿੰਦੇ ਨੇ। ਦੈਟ ਇਜ਼ ਨਾਟ ਅ ਗੁੱਡ ਪਾਰਟ ਆਫ them, ਰਾਈਟ। SOP ਇੱਕ ਮੇਨ ਇੰਪੋਰਟੈਂਟ ਐਸਪੈਕਟ ਮੰਨਿਆ ਜਾਂਦਾ ਹੈ ਵੀਜ਼ਾ ਹਾਸਿਲ ਕਰਨ ਦੇ ਲਈ। ਸੋ ਸਾਡੇ ਕੈਂਬਰਿਜ ਇੰਟਰਨੈਸ਼ਨਲ ਅਕੈਡਮੀ ਦੇ ਆਫਿਸ ਦੇ ਵਿੱਚ ਡਿਫਰੈਂਟ ਟੀਮਸ ਨੇ, ਵੀਜ਼ਾ ਕਾਉਂਸਲਿੰਗ ਟੀਮਸ ਨੇ, ਐਡਮਿਸ਼ਨ ਟੀਮਸ ਹੈ, ਉਸੇ ਤਰ੍ਹਾਂ ਹੀ SOP ਡਿਪਾਰਟਮੈਂਟ ਹੈ। SOP ਅੱਜ ਕੱਲ੍ਹ ਕੈਨੇਡਾ ਦੇ ਵੀਜ਼ਾ ਨੂੰ ਹਾਸਿਲ ਕਰਨ ਲਈ ਬਹੁਤ ਹੀ ਮੇਨ ਐਸਪੈਕਟ ਮੰਨਿਆ ਜਾਂਦਾ ਹੈ। ਹੁਣ ਮੈਂ ਗੱਲ ਕਰਨ ਜਾ ਰਹੀ ਹਾਂ SOP ਦੇ ਵਿੱਚ ਕਿਹੜੀਆਂ ਚੀਜ਼ਾਂ ਇਨਕਲੂਡ ਹੋਣੀਆਂ ਚਾਹੀਦੀਆਂ। ਸੋ ਦ ਵੈਰੀ ਫਸਟ ਪਾਰਟ of SOP is that to write introduction, right? ਇਹਦੇ ਵਿੱਚ ਕਾਫੀ ਕਾਲਮਸ ਲਿਖੇ ਜਾਂਦੇ ਨੇ, ਜਿਵੇਂ ਕਿ introduction ਆ ਗਈ, why you want to go to Canada, what are your future plans, why you are choosing this course, what you will do after this course, what you will study in this course। ਸੋ ਇਹ ਸਾਰੀਆਂ ਚੀਜ਼ਾਂ ਦੇ ਸਵਾਲ ਜਵਾਬ ਇਹਦੇ ਵਿੱਚ ਲਿਖਣੇ ਬਹੁਤ ਹੀ ਜ਼ਰੂਰੀ ਨੇ। ਹਾਈ ਕਮਿਸ਼ਨ ਐਕਚੁਅਲ ਦੇ ਵਿੱਚ ਜਾਣਨਾ ਚਾਹੁੰਦੀ ਹੈ ਕਿ ਬੱਚੇ ਦੇ ਉੱਥੇ ਪੜ੍ਹਨ ਦੇ ਵਿੱਚ ਮੋਟਿਵ ਕੀ ਹੈਗਾ। ਜਦੋਂ ਤੱਕ ਭਾਵੇਂ ਤੁਹਾਡੇ 7 ਬੈਂਡਸ ਨੇ, 8 ਬੈਂਡਸ ਨੇ, ਬਟ ਹਾਈ ਕਮਿਸ਼ਨ ਨੂੰ ਜਦੋਂ ਤੱਕ ਤੁਸੀਂ ਇੱਕ ਰੀਜ਼ਨ ਨਹੀਂ ਦੋਗੇ ਕਿ ਵਾਈ ਯੂ ਵਾਂਟ ਟੂ ਗੋ ਟੂ ਕੈਨੇਡਾ, ਵਾਈ ਯੂ ਵਾਂਟ ਟੂ ਸਟੱਡੀ ਕੈਨੇਡਾ। ਕੈਨੇਡਾ ਹਾਈ ਕਮਿਸ਼ਨ ਦੀ ਜੇ ਮੈਂ ਗੱਲ ਕਰਾਂ ਤੇ ਅੱਜ ਕੱਲ੍ਹ 7 ਬੈਂਡਸ 8 ਬੈਂਡਸ ਵਾਲਿਆਂ ਦੇ ਵੀ ਵੀਜ਼ਾਸ ਰਿਫਿਊਜ਼ ਹੋ ਰਹੇ ਆ। ਉਹਦਾ ਇੱਕ ਹੀ ਰੀਜ਼ਨ ਹੈ ਸਟੇਟਮੈਂਟ ਆਫ ਪਰਪਸ। ਜਦੋਂ ਤੱਕ ਹਾਈ ਕਮਿਸ਼ਨ ਨੂੰ, ਭਾਵੇਂ ਤੁਹਾਡੇ 7 ਬੈਂਡ ਨੇ, 8 ਬੈਂਡ ਨੇ, ਜਦੋਂ ਤੱਕ ਤੁਸੀਂ ਹਾਈ ਕਮਿਸ਼ਨ ਨੂੰ ਇਹ ਨਹੀਂ ਦੱਸ ਦਿੰਦੇ ਕਿ ਤੁਸੀਂ ਕੈਨੇਡਾ ਕਿਉਂ ਜਾਣਾ ਚਾਹੁੰਦੇ ਹੋ, ਤੁਹਾਡੇ ਫਿਊਚਰ ਗੋਲਸ ਕੀ ਨੇ, ਤੁਸੀਂ ਉੱਥੇ ਜਾ ਕੇ ਕੀ ਪੜ੍ਹੋਗੇ, ਉਦੋਂ ਤੱਕ ਹਾਈ ਕਮਿਸ਼ਨ ਨੂੰ ਤੁਹਾਡੇ ਇੰਟੈਂਸ਼ਨਸ ਕਲੀਅਰ ਨਹੀਂ ਹੋਣਗੇ, ਜਿਹਦੇ ਕਾਰਨ ਵੀਜ਼ਾ ਰਿਫਿਊਜ਼ਲ ਜਿਹੜੀਆਂ ਉਹ ਆ ਜਾਂਦੀਆਂ। ਸੋ ਦ ਵੈਰੀ ਫਸਟ ਐਂਡ ਇੰਪੋਰਟੈਂਟ ਸਟੈਪ ਇਜ਼ ਟੂ ਰਾਈਟ SOP। Now I'll tell you about step by step what exactly you have to write in your SOP. The very first step is write your introduction, who you are, from where you belong, what do you do, what you have done। ਤੁਸੀਂ ਪਹਿਲੇ ਆਪਣੀਆਂ previous studies ਕੀ ਕੀਤੀਆਂ, ਤੁਹਾਡੀ ਕੋਰਸ ਰੈਲੇਵੈਂਸੀ previous studies ਦੇ ਨਾਲ ਹੈ ਜੋ ਤੁਸੀਂ ਕੋਰਸ ਲੈ ਕੇ ਜਾ ਰਹੇ ਹੋ ਕੈਨੇਡਾ ਪੜ੍ਹਨ ਲਈ। Then the next step is why you want to go to Canada। Now everyone just write same way कि मैं कैनेडा जाना चाहना, कैनेडा मल्टीकल्चरल कंट्री है, राइट, कैनेडा दे विच ए कॉलेज हाई रेटिंग है, but actually this is the time to write SOP in a right way। So the right way, what exactly it is, ਤੁਸੀਂ ਇਹਦੇ ਵਿੱਚ ਇਹ ਦੱਸੋਗੇ ਕਿ ਕੈਨੇਡਾ ਦੀ USPs ਕੀ ਨੇ, ਕੀ ਅਲੱਗ ਚੀਜ਼ਾਂ ਤੁਸੀਂ ਲਿਖੋਗੇ ਕੈਨੇਡਾ ਦੇ ਬਾਰੇ, ਜਿਹਦੇ ਨਾਲ ਹਾਈ ਕਮਿਸ਼ਨ ਨੂੰ ਪਤਾ ਚੱਲੇ ਕਿ ਤੁਸੀਂ ਸਟੱਡੀ ਕੀਤੀ ਹੈ ਕੈਨੇਡਾ ਬਾਰੇ, ਤੁਸੀਂ ਕਿਹੜੀ ਸਿਟੀ 'ਚ ਜਾਣਾ ਚਾਹੁੰਦੇ ਹੋ, ਕਿਹੜੀ ਸਰਾਊਂਡਿੰਗਸ ਤੁਸੀਂ ਚੂਜ਼ ਕਰ ਰਹੇ ਹੋ, ਲੋਕੇਸ਼ਨ ਕਿਹੜੀ ਚੂਜ਼ ਕਰ ਰਹੇ ਹੋ, ਤੁਹਾਨੂੰ ਉਸ ਲੋਕੇਸ਼ਨ ਦੇ ਵਿੱਚ ਪੜ੍ਹਨ ਦਾ ਬੈਨੀਫਿਟ ਕੀ ਹੋਏਗਾ। ਸੋ ਇਹ ਸਾਰੀਆਂ ਚੀਜ਼ਾਂ ਤੁਸੀਂ ਵਾਈ ਕੈਨੇਡਾ ਦੇ ਅੰਡਰ ਲਿਖੋ ਤਾਂ ਕਿ ਤੁਹਾਡੀ SOP ਜਿਹੜੀ ਆ ਉਹ ਡਿਫਰੈਂਟ ਲੱਗੇ ਕਿ ਤੁਸੀਂ ਕੁਝ ਸਟੱਡੀਜ਼ ਕੀਤੀ ਹੈ ਕੈਨੇਡਾ ਬਾਰੇ। So the very next step to write is why you want to do this course, whatsoever course you are choosing, ਭਾਵੇਂ ਉਹ business studies ਹੈ, ਭਾਵੇਂ ਉਹ IT studies ਨੇ, ਭਾਵੇਂ hotel management ਹੈ, ਕੋਈ ਵੀ background, ਕੋਈ ਵੀ studies ਹੋਣ ਤੁਹਾਡੀਆਂ, right, you need to write appropriate answer, right। Now tell them ਕਿ exactly business studies ਤੁਸੀਂ ਕਿਉਂ ਕਰਨਾ ਚਾਹੁੰਦੇ ਹੋ, ਤੁਸੀਂ IT ਸਟੱਡੀਜ਼ ਕਿਉਂ ਕਰਨਾ ਚਾਹੁੰਦੇ ਹੋ। ਯੂ ਹੈਵ ਟੂ ਰੀਡ ਅਬਾਊਟ ਦੈਟ ਫਸਟ ਆਫ ਆਲ, ਤੁਹਾਡੇ ਕੋਲ ਇੱਕ ਰੈਲੇਵੈਂਟ ਇਨਫੋਰਮੇਸ਼ਨ ਹੋਣੀ ਚਾਹੀਦੀ ਹੈ। ਸੋ ਸਾਡੀ ਟੀਮ, ਕੈਂਬਰਿਜ ਇੰਟਰਨੈਸ਼ਨਲ ਅਕੈਡਮੀ ਦੀ ਟੀਮ ਜਿਹੜੀ ਹੈ ਉਹ ਹਰ ਇੱਕ ਫੀਲਡ ਦੀ ਪ੍ਰੋਪਰ ਰੈਲੇਵੈਂਟ SOP ਲਿਖਦੀ ਹੈ। ਜਿਵੇਂ ਮੈਂ ਬਿਜ਼ਨਸ ਦੀ ਗੱਲ ਕਰਾਂ ਤੇ ਬਿਜ਼ਨਸ ਫੀਲਡ ਅੱਜ ਕੱਲ੍ਹ ਜਿਹੜਾ ਹੈ ਉਹ ਸਭ ਤੋਂ ਜ਼ਿਆਦਾ ਬੂਮ ਦੇ ਵਿੱਚ ਹੈਗਾ ਹੈ, ਰਾਈਟ। it's I mean the one of the most important field ਜਿਹੜਾ ਅੱਜ ਕੱਲ੍ਹ ਬਿਜ਼ਨਸ ਹੈ। ਤੁਸੀਂ ਕੋਈ ਵੀ ਬਿਜ਼ਨਸ ਕਰਨਾ ਚਾਹੁੰਦੇ ਹੋ, ਕਿਤੇ ਜੌਬ ਕਰ ਰਹੇ ਹੋ, you are earning money, you are making money, that is also a business,
सो बिजनेस की स्टडीज़ क्यों करना चाहते हो, यू शुड बी वेरी क्लीयर अबाउट दैट। कैम्ब्रिज इंटरनेशनल अकैडमी की एक्सपर्ट टीम ਨੂੰ ਸਾਰੀਆਂ ਚੀਜ਼ਾਂ ਦੀ ਇਨਫੋਰਮੇਸ਼ਨ ਹੈ, ਹਰ ਇੱਕ ਫੀਲਡ ਬਾਰੇ ਜਾਣਕਾਰੀ ਹੈ, ਤੁਹਾਡੀ ਐਗਜ਼ੈਕਟਲੀ ਐਸਓਪੀ ਦੇ ਵਿੱਚ ਕਿਹੜੀਆਂ ਚੀਜ਼ਾਂ ਮੈਂਸ਼ਨ ਹੋਣ ਕਿ ਹਾਈ ਕਮਿਸ਼ਨ ਨੂੰ ਕਲੀਅਰ ਹੋ ਜਾਏ ਕਿ ਤੁਹਾਡੀਆਂ ਇੰਟੈਂਸ਼ਨਸ ਕੀ ਨੇ, राइट। सो कोर्स कंटेंट्स ते तुसी लिखोगे ही, राइट, ਉਹਦੇ ਬਾਰੇ ਤੁਸੀਂ ਜਾਣਕਾਰੀ ਦੋਗੇ कि yes आई एम गोइंग टू स्टडी these कोर्स कंटेंट्स, बट उस तो इलावा उस कोर्स के बारे जानकारी होनी एक बहुत ही इंपॉर्टेंट एस्पैक्ट होंदा है। आईटी फील्ड का की रोल है ग्लोबली, बिजनेस फील्ड का की रोल है ग्लोबली। हर एक चीज़ का कोई ना कोई मकसद है, हर एक स्टडीज़ का कोई ना कोई मकसद है, राइट। हर एक चीज़ नूं तुसी इलैबोरेट करके लिखोगे तां ही हाई कमीशन नूं तुहाड़ियां इंटेंशनस क्लीयर हो पाणगियां। सो ये सारियां चीज़ां तुसी कोर्स दे विच इंक्लूड कर सकते हो। उस तो बाद असीं गल करांगे कि वाई यू आर चूजिंग दिस यूनीवर्सिटी और कॉलेज। सो इहदे विच बहुत ही इंपॉर्टेंट चीज़ां ने जिहड़ियां ध्यान च रखण वालियां ने। सब तो पहले यूनीवर्सिटी या कॉलेज की लोकेशन बारे गल करो, ਕਿਹੜੀ ਸਿਟੀ 'ਚ ਤੁਸੀਂ ਜਾ ਰਹੇ ਹੋ ਉਹਦੀ ਇੰਪੋਰਟੈਂਸ ਬਾਰੇ ਗੱਲ ਕਰੋ, ਉਸ ਯੂਨੀਵਰਸਿਟੀ ਬਾਰੇ ਗੱਲ ਕਰੋ ਕਿ ਯੂਨੀਵਰਸਿਟੀ ਦੇ ਵਿੱਚ ਅਜਿਹਾ ਕੀ ਹੈ ਜਿਹੜਾ ਤੁਹਾਨੂੰ ਉਸ ਯੂਨੀਵਰਸਿਟੀ ਦੇ ਵਿੱਚ ਐਡਮਿਸ਼ਨ ਲੈ ਲਈ ਮਜਬੂਰ ਕਰ ਰਿਹਾ। ਉਸ ਯੂਨੀਵਰਸਿਟੀ ਦੀ ਰੈਂਕਿੰਗ ਬਾਰੇ ਗੱਲ ਕਰੋ, ਉਹਨਾਂ ਦੀ ਫੈਕਲਟੀ ਬਾਰੇ ਗੱਲ ਕਰੋ, ਉਹਨਾਂ ਦੇ ਕੋਰਸਿਸ ਦੇ ਬਾਰੇ ਗੱਲ ਕਰੋ, ਫੀਸ ਸਟਰਕਚਰ ਬਾਰੇ ਗੱਲ ਕਰੋ। ਪਲੱਸ ਵੈਰੀ ਇੰਪੋਰਟੈਂਟ ਇਜ਼ ਤੁਸੀਂ ਉਹਨਾਂ ਨੂੰ ਦੱਸੋ ਮੈਂ ਯੂਨੀਵਰਸਿਟੀ ਬਾਰੇ ਉਹਨਾਂ ਦੇ ਫੇਸਬੁੱਕ ਇੰਸਟਾ ਪੇਜ ਤੋਂ इन्फॉर्मेशन हासिल की है। देखो आजकल वो ज़माना दूर नहीं है कि तुहानू यही नहीं पता है कि तुसी केड़ी यूनीवर्सिटी च जा रहे हो और उहदा की रोल है। तुसी सोशल मीडिया तो बड़े ही आराम नाल इन्फॉर्मेशन गैदर कर सकते हो। तुसी यूनीवर्सिटी का इंस्टा फेसबुक पेज लाइक करके इन्फॉर्मेशन लै सकते हो कि उस यूनीवर्सिटी या कॉलेज की की स्पैशलिटी है। कम्यूनिटी पेजेस नू लाइक कर सकते हो, उन्हां दा हिस्सा बन सकते हो। सो सारियां चीज़ां नैचुरली तुसी एसओपी दे विच लिख सकते हो कि ओके आई हैव सर्च these थिंग्स अबाउट दिस यूनीवर्सिटी। अगैन साडी टीम नू इन्हां सारियां चीज़ां बारे इन्फॉर्मेशन है, सारियां चीज़ां दी स्टडीज़ असी रूटीन दे विच करदे हां। हर एक यूनीवर्सिटी जिन्हां दे असी पार्टनर आ, जिन्हां दे असी रिप्रजेंटेटिव आ, उन्हां दे असी पेजेस लाइक कीते हुए ने, उन्हां दियां इन्फॉर्मेशन उन्हां दियां अपडेट सानू रोज़ दे रोज़ मिलदियां, राइट। सो असी बड़ी ही नैचुरल तरीके नाल एसओपी नू लिखदे हां ताकि हाई कमीशन नू लगे कि यस स्टूडेंट नू इन्हां सारियां चीज़ां बारे इन्फॉर्मेशन है। ईवन इहदे नाल नाल असी स्टूडेंट नू भी इतला करते हैं कि तुहाडी यूनीवर्सिटी दी इंपॉर्टेंट चीज़ां ने ताकि बच्चे नू उहदे विच इंटरव्यू क्लियर करन दे विच भी कोई दिक्कत ना आए। दैन कम्स योर फ्यूचर प्लान कॉलम। ਇਹਦੇ ਵਿੱਚ एग्जैक्टली बच्चे ਨੂੰ ਇਹ लिखना पेगा कि वो करना की चाहता, अपनी लाइफ ਦੇ ਵਿੱਚ बनना की चाहता है। मैं कई SOPs देखती हाँ ਜਿਹੜੀਆਂ कि मैं बाकी कंपनीज़ ਦੀਆਂ देखती हाँ ਜਿਹਦੇ ਵਿੱਚ ਬੜੀਆਂ ਹੀ सेम चीज़ां लिखिया ਹੁੰਦੀਆਂ। आई वॉन्ट टू बी लाइक टाटा, आई वॉन्ट टू बी लाइक अंबानी, बट ਉਹਦੇ ਵਿੱਚ ਇਹ नहीं लिखिया ਹੁੰਦਾ कि एग्जैक्टली बच्चा की करना चाहता है, राइट। ऑब्वियसली रोल मॉडल हर एक का होंदा है, बट एग्जैक्टली हर एक का गोल डिफरेंट होंदा है। सो ਇਹਦੇ ਵਿੱਚ ਜੇ कोई बिजनेस मैनेजर बनना चाहता है ਉਹਦੇ ਵਿੱਚ ਉਹਨੂੰ रोल्स पता होने चाहिए, ਉਹਦੇ फील्ड बारे जानकारी होनी चाहिए है, ਉਹਦੀਆਂ कंपनीज़ ਦੇ ਵਿੱਚ जॉब प्लेसमेंट्स की जानकारी होनी चाहिए है। सो ये सारियां चीज़ां फ्यूचर प्लान ਦੇ ਵਿੱਚ लिखनियां इंपॉर्टेंट ने। ਅਸੀਂ सिर्फ ਇਹ लिख के पल्ला नहीं चाड़ सकते क्योंकि आई वॉन्ट टू बी लाइक हिम, आई वॉन्ट टू बी लाइक हिम, नो नॉट एट ऑल। ਤੁਹਾਨੂੰ ਇਹ लिखना पेगा कि ਤੁਸੀਂ ਕੀ करना चाहते हो अपनी लाइफ ਦੇ ਵਿੱਚ, ਤੁਹਾਡਾ गोल की है। जे मैं गल करा IT इंजीनियर्स की, IT इज़ अ वेरी वास्ट फील्ड। ਉਹਦੇ ਵਿੱਚ ਤੁਹਾਨੂੰ ਦੱਸਣਾ ਪਏਗਾ आई वॉन्ट टू बी अ SEO कंटेंट राइटर, आई वॉन्ट टू बी इन अ कंटेंट राइटिंग, आई वॉन्ट टू बी इन SEO, राइट। सो ये सारिया चीज़ां ਤੁਹਾਨੂੰ मतलब पता होने चाहिए है कि एक कंटेंट राइटर का मतलब की हैगा। जे तुसी बिजनेस फील्ड की गल करो, तुसी डिजिटल मार्केटिंग दे विच जाना चाहते हो, तुहानू डिजिटल मार्केटिंग बारे पता होना चाहिए कि डिजिटल मार्केटिंग का रोल की हैगा, तुहानू किहड़ियां कंपनी प्लेस करनगियां, तुहाडी सैलरी कितनी होएगी। सो ये सारिया चीज़ां फ्यूचर प्लान दे विच दसनियां इंपॉर्टेंट ने। अपने रोल नू डिस्क्राइब करो, अपने फ्यूचर प्लान नू डिस्क्राइब करो कि व्हाट एग्जैक्टली यू वांट टू डू। सो ये सारिया चीज़ां मैं हुणे बहुत ही जल्दी इन्हां चीज़ां नू कवर कर रही हाँ इस वीडियो दे विच, बट ये सारिया चीज़ां नू असी प्रॉपर इलैबोरेशन नाल लिखते हैं ताकि हाई कमीशन नू जिहड़े तुहाडे इंटेंशनस ने
ਫੋਰਨ ਜਾਣ ਦੇ ਉਹ ਕਲੀਅਰ ਹੋ ਪਾਣ ਔਰ ਦੱਸ ਪਾਓ ਤੁਸੀਂ ਕਿ ਤੁਸੀਂ ਐਗਜ਼ੈਕਟਲੀ ਆਪਣੀ ਯੂਨੀਵਰਸਿਟੀ ਦੇ ਵਿੱਚ ਜਾ ਕੇ ਕੋਰਸ ਨੂੰ ਕਿਸ ਤਰੀਕੇ ਨਾਲ ਪੜੋਗੇ, ਰਾਈਟ। ਸੋ ਇਹ ਸਾਰੀਆਂ ਚੀਜ਼ਾਂ ਅੱਜ ਕੱਲ੍ਹ ਬਹੁਤ ਹੀ ਇੰਪੋਰਟੈਂਟ ਨੇ ਆਪਣੇ ਵੀਜ਼ਾ ਨੂੰ ਹਾਸਿਲ ਕਰਨ ਲਈ। ਈਜ਼ੀਲੀ ਜਿਹੜਾ ਤੁਸੀਂ ਆਪਣਾ ਵੀਜ਼ਾ ਹਾਸਿਲ ਕਰ ਸਕਦੇ ਹੋ ਜਸਟ ਬਾय ਰਾਈਟਿੰਗ ਐਨ ਐਪਰੋਪਰੀਏਟ SOP, ਬਟ ਉਹਦੇ ਲਈ ਇੱਕ ਰਾਈਟ ਕੰਸਲਟੈਂਟ ਦੀ ਜਿਹੜੀ ਚੋਣ ਕਰਨੀ ਬਹੁਤ ਹੀ ਜ਼ਰੂਰੀ ਹੈ। ਸੋ ਕੈਂਬਰਿਜ ਇੰਟਰਨੈਸ਼ਨਲ ਅਕੈਡਮੀ ਕੋਲ ਸਾਰੀ ਐਕਸਪਰਟ ਟੀਮ ਹੈ, ਫਰੋਮ ਵੀਜ਼ਾ ਕਾਉਂਸਲਿੰਗ ਟੂ SOP ਮੇਕਿੰਗ ਟੂ ਫਾਈਲ ਮੇਕਿੰਗ। ਸੋ ਅੱਜ ਹੀ ਤੁਸੀਂ ਸੰਪਰਕ ਕਰ ਸਕਦੇ ਹੋ, ਨੀਚੇ ਲਿਖੇ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਹੋ, ਆਪਣੀ ਫਾਈਲ ਦਾ ਪ੍ਰੋਸੈਸ ਕਰ ਸਕਦੇ ਹੋ। ਇਹਦੇ ਵਿੱਚ ਮੈਂ ਇੱਕ ਹੋਰ ਚੀਜ਼ ਮੈਂਸ਼ਨ ਕਰਾਂਗੀ ਕਿ ਜੇ ਕਿਸੇ ਦੀ ਫਾਈਲ ਕਿਸੇ ਹੋਰ ਕੰਪਨੀ 'ਚ ਲੱਗੀ ਹੋਈ ਹੈ ਪਰ ਤੁਸੀਂ SOP ਬਣਵਾਉਣਾ ਚਾਹੁੰਦੇ ਹੋ ਤਾਂ ਵੀ ਅਸੀਂ ਵੀ ਵੈਲਕਮ ਯੂ, ਰਾਈਟ। ਸੋ ਤੁਸੀਂ ਅੱਜ ਹੀ ਕੈਂਬਰਿਜ ਇੰਟਰਨੈਸ਼ਨਲ ਅਕੈਡਮੀ ਨੂੰ ਸੰਪਰਕ ਕਰੋ, ਤੁਸੀਂ ਇਹਨਾਂ ਕੋਲੋਂ ਜਾਣਕਾਰੀ ਲਓ ਕਿ ਕਿਵੇਂ ਆਪਣੀ ਫਾਈਲ ਨੂੰ ਸਟਰੋਂਗ ਬਣਾ ਕੇ ਐਮਬੈਸੀ ਦੇ ਵਿੱਚ ਲਗਾ ਸਕੋ ਤਾਂ ਕਿ ਤੁਹਾਡਾ ਵੀ ਵੀਜ਼ਾ ਜਿਹੜਾ ਹੈ ਉਹ ਕੁਝ ਹੀ ਦਿਨ ਦੇ ਵਿੱਚ ਤੁਹਾਡੇ ਹੱਥ ਦੇ ਵਿੱਚ ਹੋਏ। ਧੰਨਵਾਦ।